ਵਾਹਿਗੁਰੂ ਜੀ। ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹੈਂ ਦਰਵੇਸ। ਫਰੀਦਾ ਖਾਲਕ ਖਲਕ ਮਹਿ, ਖਲਕ ਵਸੈ ਰਬ ਮਾਹੇ, ਮੰਦਾ ਕਿਸਨੋ ਆਖੀਐ, ਜਾਂ ਤਿਸ ਬਿਨ ਕੋਈ ਨਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਮੋਲਕ ਬਚਨ ਧਨਾਸਰੀ ਰਾਗ ਦੇ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 662 'ਤੇ ਸੁਭਾਇਮਾਨ ਹਨ। ਧਨਾਸਰੀ ਮਹਲਾ ਪਹਿਲਾ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜ੍ਹੈ ਇਆਣਾ, ਦਰਗਾ ਘੜੀਐ ਤੀਨੇ ਲੇਖ, ਖੋਟਾ ਕਾਮ ਨਾ ਆਵੈ ਵੇਖ। ਇਸ ਸ਼ਬਦੀ ਵਿਚਾਰ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ। ਸੋ ਇਸ ਸ਼ਬਦ ਦੇ ਅੰਦਰ ਗੁਰੂ ਨਾਨਕ ਦੇਵ ਜੀ ਉਹਨਾਂ ਤਿੰਨਾਂ ਧਾਰਮਿਕ ਆਗੂਆਂ ਨੂੰ ਪਹਿਚਾਨ ਚੁੱਕੇ ਹਨ ਕਿ ਜੋ ਧਰਮ ਦੇ ਆਗੂ ਜਿਨ੍ਹਾਂ ਨੇ ਇਸ ਸਮਾਜ ਨੂੰ ਚੰਗੀ ਸੇਧ ਦੇਣੀ ਸੀ, ਉਹ ਧਰਮ ਦੇ ਆਗੂ ਹੀ ਕਰਾਹੇ ਪਏ ਹੋਏ ਸਨ। ਜਿਸ ਤਰ੍ਹਾਂ ਜੇ ਕਾਦੀ ਦੇ ਵੱਲ ਧਿਆਨ ਮਾਰਿਆ ਤਾਂ ਕਾਦੀ ਝੂਠ ਬੋਲ ਕੇ, ਹਾਕਮਾਂ ਵਾਲਾ ਵਤੀਰਾ ਕਰਕੇ ਔਰ ਰਿਸ਼ਵਤ ਦਾ ਮਾਲ ਲੈ ਕੇ ਜੋ ਫੈਸਲੇ ਸੀ ਉਹ ਕਰ ਰਿਹਾ ਸੀ। ਅਤੇ ਜੇ ਬ੍ਰਾਹਮਣ ਦੇ ਵੱਲ ਧਿਆਨ ਮਾਰਿਆ ਤਾਂ ਬ੍ਰਾਹਮਣ ਆਪਣੇ ਤੋਂ ਨੀਚ ਜਾਤ ਦਿਆਂ ਨੂੰ ਸ਼ੂਦਰ ਸ਼ੂਦਰ ਆਖ ਕੇ ਪੈਰਾਂ ਦੇ ਥੱਲੇ ਲਤਾੜ ਰਿਹਾ ਸੀ। ਤੇ ਜੇ ਜੋਗੀ ਦੇ ਵੱਲ ਧਿਆਨ ਮਾਰਿਆ ਤਾਂ ਜੋਗੀ ਪਰਮੇਸ਼ਰ ਨੂੰ ਪਾਉਣ ਦੇ ਵਾਸਤੇ ਜੰਗਲਾਂ ਦੇ ਵਿੱਚ ਤੇ ਧਰਤੀ ਦਾ ਰਟਨ ਕਰ ਰਿਹਾ ਸੀ। ਇਹ ਤਿੰਨਾਂ ਹੀ ਜੋ ਧਰਮ ਦੇ ਆਗੂ ਸਨ, ਇਹ ਤਿੰਨਾਂ ਨੇ ਸਮਾਜ ਨੂੰ ਚੰਗੀ ਸੇਧ ਦੇਣੀ ਸੀ, ਪਰ ਇਹ ਤਿੰਨੇ ਹੀ ਪਰਮੇਸ਼ਰ ਦੇ ਰਾਹ ਤੋਂ ਭਟਕੇ ਹੋਏ ਸਨ। ਹੁਣ ਜੋ ਕਾਜੀ ਨਿਰਮਲ ਕਰਮ ਕਰਦਾ ਹੈ, ਜੋ ਫੈਸਲਾ ਰਿਸ਼ਵਤ ਲਏ ਤੋਂ ਬਿਨਾਂ ਕਰਦਾ ਹੈ, ਜੋ ਹਲਾਲ ਖਾਂਦਾ ਹੈ, ਉਹ ਕਾਜੀ ਸਤਿਕਾਰਯੋਗ ਹੈ। ਜੋ ਬ੍ਰਾਹਮਣ ਬ੍ਰਹਮ ਦੀ ਵਿਚਾਰ ਕਰਦਾ ਹੈ, ਹਰ ਇੱਕ ਨੂੰ ਉਸ ਪਰਮੇਸ਼ਰ ਦੇ ਜੀਵ ਸਮਝਦਾ ਹੈ, ਹਰ ਮਨੁੱਖਤਾ ਦੇ ਵਿੱਚ ਇਨਸਾਨੀਅਤ ਨੂੰ ਦੇਖਦਾ ਹੈ, ਉਹ ਬ੍ਰਾਹਮਣ ਵੀ ਸਤਿਕਾਰਯੋਗ ਹੈ। ਜਿਸ ਜੋਗੀ ਦੇ ਕੋਲ ਜੀਵਨ ਦੀ ਜਾਚ ਹੈ ਜਿਉਣ ਦੀ, ਉਹ ਜੋਗੀ ਘਰ-ਬਾਰ ਛੱਡ ਕੇ ਨਹੀਂ ਜਾਂਦਾ, ਆਪਣੇ ਘਰ ਬੈਠ ਕੇ ਕਿਰਤਕਾਰ ਕਰਦਾ ਹੋਇਆ ਆਪਣੇ ਪਰਿਵਾਰ ਨੂੰ ਪਾਲਦਾ ਹੈ ਤੇ ਨਾਲ ਦੀ ਨਾਲ ਪਰਮੇਸ਼ਰ ਦਾ ਨਾਮ ਸਿਮਰਦਾ ਹੈ, ਪਰਮੇਸ਼ਰ ਦੇ ਗੁਣਾਂ ਦੇ ਨਾਲ ਆਪਣੀ ਸਾਂਝ ਪਾਉਂਦਾ ਹੈ। ਉਹ ਜੋਗੀ ਵੀ ਸਤਿਕਾਰਯੋਗ ਹੈ। ਪਰ ਜਦੋਂ ਗੁਰੂ ਨਾਨਕ ਦੇਵ ਜੀ, ਗੁਰੂ ਪਿਆਰਿਓ, ਇਹ ਤਿੰਨਾਂ ਧਾਰਮਿਕ ਆਗੂਆਂ ਵੱਲ ਧਿਆਨ ਮਾਰ ਰਹੇ ਹਨ ਤਾਂ ਤਿੰਨਾਂ ਦੇ ਕੋਲ ਇਹ ਗੁਣ ਮੌਜੂਦ ਨਹੀਂ ਹਨ। ਤਿੰਨੇ ਹੀ ਪਰਮੇਸ਼ਰ ਨੂੰ ਮਿਲਦੇ ਰਾਹ ਤੋਂ ਭਟਕੇ ਹੋਏ ਹਨ। ਤਾਂ ਸਤਿਗੁਰੂ ਜੀ ਇਹ ਸ਼ਬਦ
ਆਪਣੀ ਰਸਨਾ ਤੋਂ ਉਚਾਰਨ ਕਰ ਰਹੇ ਹਨ, ਜੋ ਧਨਾਸਰੀ ਰਾਗ ਦੇ ਵਿੱਚ ਹੈ, ਜਿਸ ਦੇ ਵਿੱਚ ਸਤਿਗੁਰਾਂ ਨੇ ਰਹਾਉ ਦੇ ਬੰਦ ਦੇ ਵਿੱਚ ਸਮਝਾਉਣ ਦਾ ਯਤਨ ਕੀਤਾ ਹੈ ਕਿ ਨਾਨਕ ਜੇ ਵਿੱਚ ਰੂਪਾ ਹੋਏ, ਹੇ ਨਾਨਕ ਜੇ ਰੁਪਏ ਆਦਿਕ ਸਿੱਕੇ ਦੇ ਵਿੱਚ ਚਾਂਦੀ ਹੋਵੇ। ਗੁਰੂ ਪਿਆਰਿਓ, ਰੂਪਾ ਕਿਹਾ ਗਿਆ ਚਾਂਦੀ ਨੂੰ, ਚਾਂਦੀ ਹੋਵੇ। ਖਰਾ ਖਰਾ ਆਖੈ ਸਭ ਕੋਇ, ਤਾਂ ਉਹ ਸਿੱਕੇ ਨੂੰ ਹਰ ਕੋਈ ਖਰਾ ਖਰਾ ਆਖਦਾ ਹੈ। ਭਾਵ ਉਹ ਸਿੱਕਾ ਜੋ ਵੀ ਆਪਾਂ ਚਲਾਉਣਾ ਹੈ, ਸੌਦਾ ਲੈਣਾ ਹੈ, ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਵਾਸਤੇ ਉਹ ਚੱਲਦਾ ਹੈ। ਅਤੇ ਜਿਸ ਦੇ ਵਿੱਚ ਰੂਪਾ ਨਹੀਂ, ਭਾਵ ਚਾਂਦੀ ਨਹੀਂ, ਉਸ ਨੂੰ ਖੋਟਾ ਆਖ ਕੇ ਖਰੇ ਸਿੱਕਿਆਂ ਦੇ ਨਾਲੋਂ ਅਲੱਗ ਕਰ ਦਿੱਤਾ ਜਾਂਦਾ ਹੈ। ਗੁਰੂ ਪਿਆਰ ਵਾਲਿਓ, ਇਹ ਸਿੱਕੇ ਦੀ ਉਦਾਹਰਨ ਦੇ ਕੇ ਸਤਿਗੁਰੂ ਜੀ ਦਾ ਸਮਝਾਉਣ ਦਾ ਯਤਨ ਆਪਾਂ ਮਨੁੱਖਾਂ ਜੀਵਾਂ ਨੂੰ ਕਰ ਰਹੇ ਹਨ ਕਿ ਹੇ ਮਨੁੱਖ, ਜੇ ਤੇਰੇ ਅੰਦਰ ਸੱਚ ਹੈ, ਜੇ ਤੇਰਾ ਕਰਮ ਨਿਰਮਲ ਹੈ, ਤਾਂ ਤੂੰ ਉਹ ਸਿੱਕੇ ਦੀ ਤਰ੍ਹਾਂ, ਖਰੇ ਸਿੱਕੇ ਦੀ ਤਰ੍ਹਾਂ ਤੂੰ ਪਰਮੇਸ਼ਰ ਦੇ ਦਰ 'ਤੇ ਕਬੂਲ ਪਵੇਂਗਾ। ਅਤੇ ਜੇ ਤੇਰੇ ਅੰਦਰ ਕਰਮ ਚੰਗਾ ਨਹੀਂ, ਨਿਰਮਲ ਕਰਮ ਨਹੀਂ, ਤਾਂ ਉਹ ਖੋਟੇ ਸਿੱਕੇ ਦੀ ਤਰ੍ਹਾਂ ਤੈਨੂੰ ਪਰਮੇਸ਼ਰ ਦੇ ਦਰ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਭਾਵ ਖਰਾ ਖਰਾ ਨਹੀਂ ਆਖਿਆ ਜਾਵੇਗਾ। ਗੁਰੂ ਪਿਆਰ ਵਾਲਿਓ, ਇਸ ਸ਼ਬਦ ਦੇ ਅੰਦਰ ਜੋ ਪਹਿਲੇ ਪਦੇ ਦੇ ਵਿੱਚ ਸਤਿਗੁਰੂ ਜੀ ਸਮਝਾਉਣ ਦਾ ਯਤਨ ਕਰਦੇ ਹਨ ਕਿ ਧਨਾਸਰੀ ਮਹਲਾ ਪਹਿਲਾ, ਕਾਇਆ ਕਾਗਦ ਮਨ ਪਰਵਾਣਾ। ਕਹਿੰਦੇ ਇਹ ਮਨੁੱਖ, ਇਹ ਜਿਹੜਾ ਤੇਰਾ ਸਰੀਰ ਹੈ ਇਹ ਕਾਗਜ਼ ਹੈ, ਔਰ ਜਿਹੜਾ ਤੇਰਾ ਮਨ ਹੈ ਇਹ ਸਰੀਰ ਰੂਪੀ ਕਾਗਜ਼ 'ਤੇ ਲਿਖਿਆ ਹੋਇਆ ਪਰਵਾਨਾ ਹੈ। ਸਿਰ ਕੇ ਲੇਖ ਨਾ ਪੜ੍ਹੈ ਆਣਾ। ਪਰ ਇਹ ਮੂਰਖ ਮਨੁੱਖ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਜੋ ਸੰਸਕਾਰ ਹਨ, ਜੋ ਲੇਖ ਹਨ, ਇਹ ਮਨ 'ਤੇ ਉਕਰੇ ਗਏ ਹਨ, ਇਹਨਾਂ ਨੂੰ ਪੜ੍ਹਦਾ ਨਹੀਂ। ਜੋ ਖੋਟੇ ਕਰਮ ਕਰਦਾ ਹੋਇਆ ਉਹ ਸੰਸਕਾਰਾਂ ਦੇ ਅਧੀਨ ਹੋ ਕੇ ਹੋਰ ਖੋਟੇ ਕੰਮਾਂ ਦੇ ਵਿੱਚ ਪ੍ਰੇਰਿਤ ਹੋ ਰਿਹਾ ਹੈ। ਦਰਗਹਿ ਘੜੀਐ ਤੀਨੇ ਲੇਖ। ਕਿਉਂਕਿ ਮਾਇਆ ਦੇ ਤਿੰਨਾਂ ਗੁਣਾਂ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਜੋ ਸੰਸਕਾਰ ਹਨ, ਉਹ ਰੱਬੀ ਨਿਯਮ ਅਨੁਸਾਰ ਗੁਰੂ ਪਿਆਰਿਓ ਇਹ ਮਨੁੱਖ ਦੇ ਮਨ ਦੇ ਅੰਦਰ ਉਕਰੇ ਜਾਂਦੇ ਹਨ। ਰੱਬੀ ਨਿਯਮ ਦੇ ਅਨੁਸਾਰ ਇਹ ਮਨ ਦੇ ਵਿੱਚ ਉਕਰੇ ਜਾਂਦੇ ਹਨ। ਕਿਉਂਕਿ ਗੁਰੂ ਪਿਆਰ ਵਾਲਿਓ, ਜੈਸੀ ਹੀ ਮਨੁੱਖ ਸੰਗਤ ਕਰਦਾ ਹੈ, ਉਹ ਸੰਗਤ ਦਾ ਅਸਰ ਮਨ ਦੇ ਉੱਤੇ ਜ਼ਰੂਰ ਹੁੰਦਾ ਹੈ। ਜਿਸ ਤਰ੍ਹਾਂ ਜੋ ਪੰਛੀ ਹਨ, ਉਹ ਪੰਛੀ ਜਿਸ ਵੀ ਫਲਾਂ ਵਾਲੇ ਪੇੜ ਦੇ ਉੱਪਰ ਜਾ ਕੇ ਬੈਠਦੇ ਹਨ, ਉਹ ਪੰਛੀਆਂ ਨੂੰ ਵੈਸਾ ਹੀ ਫਲ ਖਾਣ ਨੂੰ ਪ੍ਰਾਪਤ ਹੁੰਦਾ ਹੈ। ਸੋ ਇਸ ਕਰਕੇ ਜੋ ਮਨੁੱਖ ਹੈ, ਮਨੁੱਖ ਜੈਸੀ ਵੀ ਸੰਗਤ ਦੇ ਵਿੱਚ ਜਾ ਕੇ ਬੈਠਦਾ ਹੈ, ਉਹ ਸੰਗਤ ਦਾ ਜੋ ਅਸਰ ਹੈ ਉਹ ਜ਼ਰੂਰ ਉਸ ਮਨੁੱਖ ਦੇ ਉੱਤੇ ਹੋ ਜਾਂਦਾ ਹੈ। ਜੇ ਮਨੁੱਖ ਚੰਗੀ ਸੰਗਤ ਕਰਦਾ ਹੈ ਤਾਂ ਚੰਗਾ ਅਸਰ ਹੁੰਦਾ ਹੈ। ਜੇ ਮਨੁੱਖ ਬੁਰੀ ਸੰਗਤ ਕਰਦਾ ਹੈ ਤਾਂ ਮਨ ਦੇ ਉੱਤੇ ਬੁਰਾ ਅਸਰ ਹੋ ਜਾਂਦਾ ਹੈ। ਉਹ ਜਿਹੜੇ ਸੰਸਕਾਰ ਹੈ, ਉਹ ਜਿਹੜੇ ਲੇਖ ਹਨ, ਉਹ ਮਨ ਦੇ ਵਿੱਚ ਉਕਰੇ ਜਾਂਦੇ ਹਨ। ਮਾਇਆ ਦੇ
ਤਿੰਨਾਂ ਗੁਣਾਂ ਦੇ ਅੰਦਰ ਰਹਿ ਕੇ ਕੀਤੇ ਹੋਏ ਸੰਸਕਾਰ ਹਨ ਜੋ ਉਹ ਲੇਖ ਮਨ ਦੇ ਉੱਤੇ ਉਕਰੇ ਜਾਂਦੇ ਹਨ। ਖੋਟਾ ਕਾਮ ਨ ਆਵੈ ਵੇਖ, ਕਹਿੰਦੇ ਪਰ ਹੇ ਭਾਈ ਵੇਖ, ਜਿਵੇਂ ਕੋਈ ਖੋਟਾ ਸਿੱਕਾ ਕਿਸੇ ਕੰਮ ਨਹੀਂ ਆਉਂਦਾ, ਉਹ ਖਰੇ ਸਿੱਕਿਆਂ ਦੇ ਵਿੱਚੋਂ ਅਲੱਗ ਕਰ ਦਿੱਤਾ ਜਾਂਦਾ ਹੈ, ਤਿਵੇਂ ਹੀ ਖੋਟੇ ਕੀਤੇ ਹੋਏ ਕੰਮਾਂ ਦਾ ਜੋ ਸੰਸਕਾਰ ਹਨ, ਜੋ ਲੇਖ ਲਿਖੇ ਗਏ ਹਨ, ਉਹ ਵੀ ਕਿਸੇ ਕੰਮ ਨਹੀਂ ਆਉਂਦੇ। ਜੋ ਰਹੋ ਦੇ ਬੰਦ ਦੀ ਆਪਾਂ ਵਿਚਾਰ ਕੀਤੀ ਹੈ, ਦੁਬਾਰਾ ਫਿਰ ਸਮਝਣ ਦਾ ਯਤਨ ਕਰਦੇ ਹਾਂ ਕਿ ਨਾਨਕ ਜੇ ਵਿੱਚ ਰੂਪਾ ਹੋਏ। ਉਹ ਨਾਨਕ ਜੀ ਕਹਿੰਦੇ ਜੇ ਭਾਈ ਸਿੱਕੇ ਦੇ ਅੰਦਰ ਚਾਂਦੀ ਹੋਵੇ, ਖਰਾ ਖਰਾ ਆਖੈ ਸਭ ਕੋਏ, ਤਾਂ ਸਭ ਕੋਈ ਖਰਾ ਆਖਦਾ ਹੈ। ਹੇ ਮਨੁੱਖ, ਜੇ ਤੇਰੇ ਸੰਸਕਾਰ ਚੰਗੇ ਹਨ, ਜੇ ਤੂੰ ਚੰਗੇ ਕਰਮ ਕਰਦਾ ਹੈ, ਜੇ ਤੂੰ ਨਿਰਮਲ ਕਰਮ ਕਰਦਾ ਹੈ, ਕਿਉਂਕਿ ਗੁਰੂ ਪਿਆਰ ਵਾਲਿਓ, ਸੁਖਮਨੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰੇ ਧਰਮਾਂ ਦੇ ਨਾਲੋਂ ਸ੍ਰੇਸ਼ਟ ਧਰਮ ਜਿਹੜਾ ਕਿਹੜਾ ਹੈ? ਹਰ ਕੋ ਨਾਮ, ਹਰੀ ਦੇ ਨਾਮ ਨੂੰ ਜਪਣਾ, ਭਾਵ ਜਿਹੜਾ ਕਰਮ ਹੈ ਉਹ ਨਿਰਮਲ ਕਰਨਾ ਹੈ, ਭਾਵ ਜਿਹੜਾ ਕੰਮ ਕਰਦੇ ਹਾਂ ਆਪਾਂ ਉਹ ਚੰਗਾ ਕਰਨਾ ਹੈ, ਤਾਂ ਹੀ ਆਪਣਾ ਜੋ ਇਹ ਨਿਰਮਲ ਕਰਨੀ, ਚੰਗੀ ਕਰਨੀ ਹੈ, ਹੋ ਸਕਦੀ ਹੈ। ਆਪਾਂ ਖਰੇ ਸਿੱਕੇ ਦੀ ਤਰ੍ਹਾਂ ਪਰਮੇਸ਼ਰ ਦੇ ਦਰ 'ਤੇ ਕਬੂਲ ਹੋ ਸਕਦੇ ਹਾਂ। ਸਤਿਗੁਰੂ ਜੀ ਅਗਲੇ ਪਦ ਦੇ ਵਿੱਚ ਸਮਝਾਉਣ ਦਾ ਯਤਨ ਕਰਦੇ ਹਨ। ਹੁਣ ਇਸ ਪਦ ਦੇ ਅੰਦਰ ਕਾਦੀ ਦੀ ਗੱਲ ਕਰਦੇ ਹਨ ਕਿ ਕਾਦੀ ਕੂੜ ਬੋਲ ਮਲ ਖਾਏ। ਕਹਿੰਦੇ ਕਾਜੀ ਇੱਕ ਪਾਸੇ ਤਾਂ ਇਸਲਾਮੀ ਧਾਰਮਿਕ ਪੁਸਤਕਾਂ ਪੜ੍ਹਦਾ ਹੈ ਤੇ ਦੂਜੇ ਪਾਸੇ ਹਾਕਮਾਂ ਵਾਲਾ ਵਤੀਰਾ ਵੀ ਕਰਦਾ ਹੈ। ਰਿਸ਼ਵਤ ਦੀ ਖਾਤਰ ਸ਼ਰਈ ਕਾਨੂੰਨ ਬਾਰੇ ਝੂਠ ਬੋਲ ਕੇ ਹਰਾਮ ਦਾ ਮਾਲ ਖਾਂਦਾ ਹੈ, ਭਾਵ ਜੋ ਫੈਸਲਾ ਕਰਦਾ ਹੈ ਉਹ ਸਹੀ ਫੈਸਲਾ ਨਹੀਂ ਕਰਦਾ, ਰਿਸ਼ਵਤ ਲੈ ਕੇ ਫੈਸਲਾ ਕਰਦਾ ਹੈ। ਹੁਣ ਜੇ ਗੁਰੂ ਪਿਆਰ ਵਾਲਿਓ ਕਾਜੀ ਇਸਲਾਮੀ ਧਾਰਮਿਕ ਪੁਸਤਕਾਂ ਪੜ੍ਹ ਕੇ ਸੱਚਾ ਫੈਸਲਾ ਕਰਦਾ ਹੈ ਤਾਂ ਸਤਿਕਾਰਯੋਗ ਹੈ, ਪਰ ਜੇ ਧਾਰਮਿਕੀ ਪੁਸਤਕਾਂ ਵੀ ਪੜ੍ਹਦਾ ਹੈ ਪਰ ਰਿਸ਼ਵਤ ਲੈ ਕੇ ਫੈਸਲਾ ਕਰਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਇਹ ਝੂਠ ਬੋਲਦਾ ਹੈ, ਭਾਵ ਹਰਾਮ ਦਾ ਮਾਲ ਖਾਂਦਾ ਹੈ, ਹੱਕ ਦਾ ਨਹੀਂ ਖਾਂਦਾ। ਬ੍ਰਾਹਮਣ ਨਹਾਵੈ ਜੀਆਂ ਘਾਏ। ਹੁਣ ਕਹਿੰਦੇ ਜਿਹੜਾ ਬ੍ਰਾਹਮਣ ਹੈ, ਹੁਣ ਜਿਹੜਾ ਕਾਜੀ ਸੀ ਇਹ ਵੀ ਗੁਰੂ ਪਿਆਰ ਵਾਲਿਓ ਧਰਮ ਦਾ ਆਗੂ ਸੀ, ਜਿਹੜਾ ਬ੍ਰਾਹਮਣ ਹੈ ਇਹ ਵੀ ਧਰਮ ਦਾ ਆਗੂ ਹੈ, ਜਿਨ੍ਹਾਂ ਨੇ ਸਮਾਜ ਨੂੰ ਚੰਗੀ ਸੇਧ ਦੇਣੀ ਸੀ। ਹੁਣ ਸਤਿਗੁਰੂ ਜੀ ਕਹਿੰਦੇ ਬ੍ਰਾਹਮਣ ਨਹਾਵੈ ਜੀਆਂ ਘਾਏ। ਹੁਣ ਜਿਹੜਾ ਕਹਿੰਦੇ ਬ੍ਰਾਹਮਣ ਹੈ ਇਹ ਆਪ ਤੋਂ ਨੀਚੀ ਜਾਤ ਵਾਲਿਆਂ ਨੂੰ ਸ਼ੂਦਰ ਆਖਦਾ ਹੈ ਤੇ ਪੈਰਾਂ ਥੱਲੇ ਲਿਤਾੜ ਰਿਹਾ ਹੈ। ਜੋਗੀ ਜੁਗਤ ਨਾ ਜਾਣੈ ਅੰਧ। ਹੁਣ ਕਹਿੰਦੇ ਜਿਹੜਾ ਜੋਗੀ ਹੈ ਇਹਨੂੰ ਜਿਉਣ ਦੀ ਜੁਗਤੀ ਨਹੀਂ। ਕਿਉਂਕਿ ਘਰ-ਬਾਰ ਛੱਡ ਕੇ ਜੰਗਲਾਂ ਨੂੰ ਚਲਾ ਗਿਆ ਜਾਂ ਗੁਰੂ ਪਿਆਰ ਵਾਲਿਓ ਧਰਤੀ ਦਾ ਰਟਨ ਕਰਨ ਲੱਗ ਗਿਆ, ਇਸ ਕਰਕੇ ਜਿਉਣ ਦੀ ਇਹਦੇ ਕੋਲੇ ਜੁਗਤ ਨਹੀਂ ਹੈ। ਹੁਣ ਸਤਿਗੁਰੂ ਜੀ ਕਹਿੰਦੇ ਜੋਗ ਨਾ ਭਗਮੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਹੁਣ ਨਾਨਕ ਜੀ ਕਹਿੰਦੇ ਭਾਈ ਘਰ ਬੈਠਿਆਂ ਹੀ ਪ੍ਰਮਾਤਮਾ ਦੇ ਨਾਲ ਜੋ ਕਹਿੰਦੇ ਨੇ ਮਿਲਾਪ, ਪਰਮੇਸ਼ਰ ਦੇ ਨਾਲ ਮਿਲਾਪ ਘਰ ਬੈਠੇ ਹੀ ਹੋ ਸਕਦਾ ਹੈ। ਪਰ ਕਹਿੰਦੇ ਜੋਗ ਕਮਾਉਣ ਦੀ ਖਾਤਰ ਭਗਵੇਂ ਕੱਪੜੇ ਪਾ ਲਏ ਜਾਂ ਮੈਲੇ ਕਚੈਲੇ ਰਹਿਣ ਦੇ ਨਾਲ ਪਰਮੇਸ਼ਰ ਦੇ ਨਾਲ ਗੁਰੂ ਪਿਆਰਿਓ ਜੋਗ ਨਹੀਂ ਕਮਾਇਆ ਜਾ ਸਕਦਾ, ਭਾਵ ਮਿਲਾਪ ਨਹੀਂ ਹੋ ਸਕਦਾ।
ਹੁਣ ਇੱਥੇ ਸਤਿਗੁਰੂ ਜੀ ਕਹਿੰਦੇ ਭਾਈ ਸਤਿਗੁਰਾਂ ਦੇ ਉਪਦੇਸ਼ ਨੂੰ ਸਮਝ, ਆਪਣੇ ਜੀਵਨ ਦੇ ਵਿੱਚ ਕਮਾ। ਜਿਹੜਾ ਕਰਮ ਕਰਦਾ ਹੈ ਉਹ ਨਿਰਮਲ ਕਰ, ਸੱਚਾ ਸੁੱਚਾ ਕਰਮ ਕਰ। ਕਹਿੰਦੇ ਫੇਰ ਹੀ ਪਰਮੇਸ਼ਰ ਦੇ ਨਾਲ ਤੇਰਾ ਮਿਲਾਪ ਹੋ ਸਕਦਾ ਹੈ ਜੋਗੀ, ਤੇਰਾ ਮਿਲਾਪ ਪਰਮੇਸ਼ਰ ਦੇ ਨਾਲ ਹੋ ਜਾ ਸਕਦਾ ਹੈ। ਹੁਣ ਕਹਿੰਦੇ ਜੋਗੀ ਜੁਗਤ ਨਾ ਜਾਣੈ ਅੰਧ। ਹੁਣ ਜਿਹੜਾ ਜੋਗੀ ਹੈ ਕਹਿੰਦੇ ਇਹ ਵੀ ਜਿਉਣ ਦੀ ਜੁਗਤੀ ਨਹੀਂ ਜਾਣਦਾ ਭਾਵ ਇਹ ਵੀ ਆਤਮਿਕ ਜੀਵਨ ਵੱਲੋਂ ਖਾਲੀ ਪਿਆ ਹੈ। ਤੀਨੇ ਉਜਾੜੇ ਕਾ ਬੰਦ। ਕਹਿੰਦੇ ਇਹ ਤਿੰਨੇ ਆਪਣੇ ਵੱਲੋਂ ਧਾਰਮਿਕ ਨੇਤਾ ਹਨ, ਜਿਨ੍ਹਾਂ ਨੇ ਇਹ ਸਮਾਜ ਨੂੰ ਚੰਗੀ ਸੇਧ ਦੇਣੀ ਸੀ, ਪਰ ਕਹਿੰਦੇ ਇਹ ਤਿੰਨੋਂ ਹੀ ਜੋ ਹਨ ਇਹ ਆਤਮਿਕ ਜੀਵਨ ਦੇ ਵੱਲੋਂ ਖਾਲੀ ਹਨ। ਤਿੰਨੇ ਹੀ ਆਤਮਿਕ ਜੀਵਨ ਦੇ ਵੱਲੋਂ ਖਾਲੀ ਹਨ। ਕਹਿੰਦੇ ਹੁਣ ਇਹ ਤਿੰਨੋਂ ਹੀ ਜੋ ਧਰਮ ਦੇ ਨੇਤਾ ਹਨ, ਇਹਨਾਂ ਨੂੰ ਅੱਗੇ ਉਹ ਸਿੱਧੇ ਰਸਤੇ ਪਾਉਣ ਦੇ ਬਾਰੇ ਸਮਝਾ ਰਹੇ ਹਨ ਕਿ ਜੇ ਇੱਧਰਲੇ ਪਾਸਿਓਂ ਹਟ ਕੇ ਚੰਗੇ ਰਾਹ ਵੱਲ ਚਲੇ ਜਾਣ ਤਾਂ ਸੁਧਾਰ ਹੋ ਸਕਦਾ ਹੈ। ਹੁਣ ਕੀ ਕਹਿੰਦੇ ਹਨ ਸਤਿਗੁਰੂ ਜੀ? ਕਹਿੰਦੇ ਸੋ ਜੋਗੀ ਜੋ ਜੁਗਤ ਪਛਾਣੈ। ਕਹਿੰਦੇ ਅਸਲ ਜੋਗੀ ਭਾਈ ਉਹ ਹੈ ਜਿਹੜਾ ਜਿਉਣ ਦੀ ਜੁਗਤ ਨੂੰ ਸਮਝਦਾ ਹੈ, ਭਾਵ ਪਰਮੇਸ਼ਰ ਦੇ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ। ਗੁਰ ਪ੍ਰਸਾਦੀ ਏਕੋ ਜਾਣੈ। ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੇ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ। ਕਾਜੀ ਸੋ ਜੋ ਉਲਟੀ ਕਰੈ। ਹੁਣ ਜਿਹੜਾ ਕਾਜੀ ਹੈ ਇਹ ਜਿੱਥੇ ਰਿਸ਼ਵਤ ਲੈ ਕੇ ਹਾਕਮਾਂ ਵਾਲਾ ਵਤੀਰਾ ਕਰਦਾ ਸੀ, ਫੈਸਲੇ ਲੈਂਦਾ ਸੀ, ਕਹਿੰਦੇ ਇਹ ਜੇ ਉੱਧਰੋਂ ਹਟ ਕੇ ਚੰਗੇ ਪਾਸੇ ਨੂੰ ਲੱਗ ਜਾਵੇ, ਭਾਵ ਹਲਾਲ ਦਾ ਖਾਵੇ, ਸਾਰੀ ਕਿਤਾਬਾਂ ਪੜ੍ਹ ਕੇ ਉਹਨਾਂ ਦੇ ਦੱਸੇ ਅਨੁਸਾਰ ਚੱਲੇ, ਜੀਵਨ ਦੇ ਵਿੱਚ ਸਤਿਗੁਰਾਂ ਦੇ ਉਪਦੇਸ਼ ਨੂੰ ਕਮਾਵੇ, ਕਹਿੰਦੇ ਉਹ ਕਾਜੀ ਫਿਰ ਸਤਿਕਾਰਯੋਗ ਹੈ। ਕਾਜੀ ਸੋ ਜੋ ਉਲਟੀ ਕਰੈ, ਭਾਵ ਹਰਾਮ ਵੱਲੋਂ ਪਰਤ ਕੇ ਹਲਾਲ ਵੱਲ ਨੂੰ ਆ ਜਾਵੇ, ਹੱਕ ਦਾ ਖਾਵੇ। ਗੁਰ ਪ੍ਰਸਾਦੀ ਜੀਵਤ ਮਰੈ। ਕਹਿੰਦੇ ਗੁਰੂ ਦੀ ਕਿਰਪਾ ਦਾ ਸਦਕਾ ਜੋ ਦੁਨਿਆਵੀ ਖੁਆਸਾਂ ਹਨ ਇਹਨਾਂ ਤੋਂ ਜਿਉਂਦਾ ਹੀ ਮਰ ਜਾਵੇ। ਹੁਣ ਗੁਰੂ ਪਿਆਰ ਵਾਲਿਓ, ਜਦੋਂ ਵੀ ਕੋਈ ਵੀ ਮਨੁੱਖ ਜੋ ਧਾਰਮਿਕ ਨੇਤਾ ਹੈ ਜਾਂ ਕੋਈ ਵੀ ਜੋ ਫੈਸਲਾ ਕਰਦਾ ਹੈ ਤਾਂ ਉਹ ਗੁਰੂ ਪਿਆਰ ਵਾਲਿਓ ਜੇ ਰਿਸ਼ਵਤ ਲੈਂਦਾ ਹੈ ਤਾਂ ਆਹ ਦੁਨਿਆਵੀ ਜੋ ਖਾਸਾਂ ਹਨ, ਲੋੜਾਂ ਹਨ, ਇਹਨਾਂ ਨੂੰ ਪੂਰੀਆਂ ਕਰਨ ਦਾ ਮਾਰਾ ਕਰਦਾ ਹੈ। ਹੁਣ ਕਹਿੰਦੇ ਜੇ ਜਿਉਂਦਾ ਹੀ ਭਾਈ ਇਹ ਜੋ ਦੁਨਿਆਵੀ ਖੁਆਸਾਂ ਹਨ ਇਹਨਾਂ ਵੱਲੋਂ ਜਿਉਂਦਾ ਹੀ ਮਰ ਜਾਵੇ, ਭਾਵ ਹੱਕ ਦੀ ਕਮਾਈ ਖਾਵੇ। ਹੁਣ ਗੁਰੂ ਪਿਆਰ ਵਾਲਿਓ, ਜੇ ਕੋਈ ਦਫ਼ਤਰ ਦੇ ਵਿੱਚ ਕੰਮ ਕਰਦਾ ਹੈ, ਸਰਕਾਰੀ ਨੌਕਰੀ 'ਤੇ ਹੈ, ਉਹ ਜੇ ਤਾਂ ਆਪਣੀ ਤਨਖਾਹ ਦੇ ਨਾਲ ਗੁਜ਼ਾਰਾ ਕਰਦਾ ਹੈ, ਠੀਕ ਹੈ, ਮੁਬਾਰਕ ਹੈ। ਪਰ ਜੇ ਤਨਖਾਹ ਤੋਂ ਇਲਾਵਾ ਰਿਸ਼ਵਤ ਲੈ ਕੇ ਫੈਸਲੇ ਕਰਦਾ ਹੈ ਤਾਂ ਫਿਰ ਕਹਿੰਦੇ ਭਾਈ ਉਹ ਪਰਮੇਸ਼ਰ ਦੇ ਦਰ 'ਤੇ ਕਬੂਲ ਨਹੀਂ ਹੈ, ਭਾਵ ਹਰਾਮ ਦਾ ਖਾਂਦਾ ਹੈ, ਹੱਕ ਦਾ ਨਹੀਂ ਹੈ, ਹਲਾਲ ਦਾ ਨਹੀਂ ਹੈ। ਕਹਿੰਦੇ ਇਹ ਜੀਵ ਦੇ ਹੀ ਮਰ ਜਾਵੇ ਇਹ ਖੁਆਸਾਂ ਵੱਲੋਂ, ਭਾਵ ਆਪਣੇ ਹੱਕ ਦੀ ਖਾਵੇ, ਜਿਤਨੀ ਕਿ ਵੀ ਤਨਖਾਹ ਮਿਲਦੀ ਹੈ ਉਹਦੇ ਨਾਲ ਆਪਣਾ ਗੁਜ਼ਾਰਾ ਕਰੇ, ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰੇ। ਸਤਿਗੁਰੂ ਜੀ ਕਹਿੰਦੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ। ਹੁਣ ਕਹਿੰਦੇ ਭਾਈ ਬ੍ਰਾਹਮਣ ਅਸਲੀ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਜਿਹੜਾ ਸਰਬ ਵਿਆਪਕ ਪ੍ਰਭੂ ਦੇ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਆਪਣੀ ਸੁਰਤ ਨੂੰ ਪਰਮੇਸ਼ਰ ਦੇ ਵਿੱਚ ਜੋੜਦਾ ਹੈ। ਆਪ ਤਰੈ ਸਗਲੇ ਕੁਲ ਤਾਰੈ। ਕਹਿੰਦੇ ਭਾਈ ਫਿਰ ਆਪ ਵੀ ਤਰ ਜਾਂਦਾ ਹੈ ਇਸ ਸੰਸਾਰ ਸਮੁੰਦਰ ਤੋਂ, ਅਤੇ ਆਪਣੇ ਜੋ ਸੰਗੀ ਸਾਥੀ ਹਨ ਉਹਨਾਂ ਨੂੰ ਵੀ ਤਾਰ ਕੇ ਲੈ ਜਾਂਦਾ ਹੈ। ਦਾਨ ਸੰਬੰਧ ਸੋਈ ਦਿਲ ਧੋਵੈ। ਕਹਿੰਦੇ ਹੁਣ ਭਾਈ ਅਸਲੀ ਅਕਲਮੰਦ ਉਹ ਮਨੁੱਖ ਹੈ ਜੋ ਆਪਣੇ
ਦਿਲ ਦੇ ਅੰਦਰ ਟਿਕੀ ਹੋਈ ਬੁਰਾਈ ਨੂੰ ਦੂਰ ਕਰ ਦਿੰਦਾ ਹੈ। ਜੋ ਅੰਦਰ ਬੁਰਾਈਆਂ ਹਨ ਉਸ ਮਨੁੱਖ ਨੂੰ ਹੀ ਅਕਲਮੰਦ ਸਮਝੋ। ਜੋ ਅੰਦਰ ਬੁਰਾਈਆਂ ਹਨ ਉਹ ਬੁਰਾਈਆਂ ਨੂੰ ਅੰਦਰੋਂ ਕੱਢ ਦਿੰਦਾ ਹੈ। ਮੁਸਲਮਾਨ ਸੋਈ ਮਲ ਖੋਵੈ, ਕਹਿੰਦੇ ਉਹ ਭਾਈ ਮੁਸਲਮਾਨ ਹੈ ਜਿਹੜਾ ਆਪਣੇ ਮਨ ਦੇ ਵਿੱਚੋਂ ਵਿਕਾਰਾਂ ਦੀ ਮੈਲ ਦਾ ਨਾਸ਼ ਕਰ ਦਿੰਦਾ ਹੈ। ਮੁਸਲਮਾਨ ਸੋਈ ਮਲ ਖੋਵੈ, ਆਪਣੇ ਅੰਦਰ ਜੋ ਵਿਕਾਰਾਂ ਰੂਪੀ ਮੈਲ ਹੈ ਉਹ ਮੈਲ ਦਾ ਨਾਸ਼ ਕਰ ਦਿੰਦਾ ਹੈ। ਕਹਿੰਦੇ ਭਾਈ ਉਹ ਮੁਸਲਮਾਨ ਮੁਬਾਰਕ ਹੈ। ਪੜ੍ਹਿਆ ਬੂਝੈ ਸੋ ਪ੍ਰਵਾਨ, ਕਹਿੰਦੇ ਉਹ ਵਿਦਵਾਨ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ ਉਹੀ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਪੈਂਦਾ ਹੈ। ਗੁਰੂ ਪਿਆਰ ਵੇਲੋਂ ਜਿਸ ਤਰ੍ਹਾਂ ਖਰਾ ਸਿੱਕਾ ਇਹ ਦੁਨਿਆਵੀ ਲੋੜਾਂ ਪੂਰੀਆਂ ਕਰਨ ਦੇ ਲਈ ਆਪਾਂ ਵਰਤਦੇ ਹਾਂ, ਜੋ ਖੋਟਾ ਸਿੱਕਾ ਹੈ ਉਹ ਬਾਹਰ ਕੱਢ ਦਿੱਤਾ ਜਾਂਦਾ ਹੈ, ਭਾਵ ਆਪਣੀ ਜੋ ਦੁਨਿਆਵੀ ਲੋੜਾਂ ਹਨ ਉਹ ਲੋੜਾਂ ਪੂਰੀਆਂ ਨਹੀਂ ਕਰ ਸਕਦਾ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਪੜ੍ਹਿਆ ਬੂਝੈ ਸੋ ਪ੍ਰਵਾਨ, ਕਹਿੰਦੇ ਉਹੀ ਵਿਦਵਾਨ ਪੜ੍ਹਿਆ ਹੋਇਆ ਸਮਝੋ ਜਿਹੜਾ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਜਿਹਦੇ ਕੋਲੇ ਜਿਉਣ ਦੀ ਯੁਕਤੀ ਹੈ। ਕਹਿੰਦੇ ਉਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਫਿਰ ਕੀ ਹੁੰਦਾ, ਕਬੂਲ ਪੈ ਜਾਂਦਾ ਹੈ। ਜਿਸ ਸਿਰ ਦਰਗਾਹ ਕਾ ਨਿਸ਼ਾਨ, ਕਹਿੰਦੇ ਫਿਰ ਉਸ ਦੇ ਮੱਥੇ ਤੇ ਜੋ ਕਬੂਲ ਪੈ ਜਾਂਦਾ ਹੈ, ਭਾਵ ਜੋ ਕਰਮ ਚੰਗਾ ਕਰਦਾ ਹੈ, ਨਿਰਮਲ ਕਰਮ ਕਰਦਾ ਹੈ, ਜਿਸ ਦੇ ਅੰਦਰ ਸੱਚਾਈ ਹੈ, ਸੱਚ ਹੈ, ਜੋ ਸੱਚ ਦੇ ਮਾਰਗ 'ਤੇ ਸੱਚ ਦੇ ਰਸਤੇ 'ਤੇ ਚੱਲਦਾ ਹੈ। ਕਹਿੰਦੇ ਭਾਈ ਸਤਿਗੁਰੂ ਜੀ ਕਹਿੰਦੇ ਫਿਰ ਉਹਦੇ ਮੱਥੇ 'ਤੇ ਹੀ ਭਾਈ ਇਹ ਜੋ ਟਿੱਕਾ ਲੱਗਦਾ ਹੈ, ਇਹ ਜੋ ਦਰਗਾਹ ਹੈ ਸਰਵ ਵਿਆਪਕ ਪਰਮੇਸ਼ਰ ਦੀ, ਉਹ ਕਰਤੇ ਪੁਰਖ ਦੀ, ਇਹ ਦਰਗਾਹ ਦੇ ਵਿੱਚ ਭਾਈ ਕਹਿੰਦੇ ਫਿਰ ਉਸ ਨੂੰ ਹੀ, ਉਸ ਮਨੁੱਖ ਨੂੰ ਹੀ ਖਰਾ ਖਰਾ ਆਖਿਆ ਜਾਂਦਾ ਹੈ। ਉਸ ਦੇ ਮੱਥੇ 'ਤੇ ਹੀ ਇਹ ਟਿੱਕਾ ਲੱਗਦਾ ਹੈ ਜਿਸ ਦਾ ਕਰਮ ਨਿਰਮਲ ਹੈ, ਜੋ ਸੱਚ ਬੋਲਦਾ ਹੈ, ਸੱਚ ਦੇ ਮਾਰਗ 'ਤੇ ਰਸਤੇ 'ਤੇ ਚੱਲਦਾ ਹੈ, ਜਿਸ ਦੇ ਮਨ ਦੇ ਅੰਦਰ ਕੋਈ ਮੈਲ ਨਹੀਂ ਹੈ, ਜਿਸ ਦੇ ਦਿਲ ਦੇ ਅੰਦਰ ਕੋਈ ਖੋਟ ਨਹੀਂ ਹੈ। ਗੁਰੂ ਪਿਆਰ ਵਾਲਿਓ ਉਹ ਫਿਰ ਇਹ ਜੋ ਸਰਵ ਵਿਆਪਕ ਦਰਗਾਹ ਹੈ ਇਸ ਦੇ ਵਿੱਚ ਕਬੂਲ ਪੈ ਜਾਂਦਾ ਹੈ। ਸੋ ਗੁਰੂ ਪਿਆਰ ਵਾਲਿਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਜ ਦੇ ਸ਼ਬਦ ਦੇ ਵਿੱਚ ਆਪਾਂ ਨੂੰ ਇਹੀ ਸਮਝਾਉਣ ਦਾ ਯਤਨ ਕੀਤਾ ਹੈ, ਜੋ ਭਾਵ-ਅਰਥ ਹਨ ਕਿ ਇਹ ਮਨੁੱਖ ਤੂੰ ਝੂਠ ਛੱਡ ਦੇ, ਠੱਗੀ ਛੱਡ ਦੇ, ਫਰੇਬ ਛੱਡ ਦੇ, ਜਿਉਣ ਦਾ ਤਰੀਕਾ ਸਮਝ ਲੈ, ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਹੋਏ ਚੰਗਾ ਕਰਮ ਕਰ, ਨਿਰਮਲ ਕਰਮ ਕਰ, ਅਤੇ ਨਿਰਮਲ ਕਰਮ ਕਰਦਾ ਹੋਇਆ ਉਹ ਪਰਮੇਸ਼ਰ ਦੇ ਨਾਲ ਆਪਣੀ ਡੂੰਘੀ ਸਾਂਝ ਪਾ ਲੈ। ਉਹ ਹਰੀ ਦੇ ਨਾਮ ਨੂੰ ਜਪਦਾ ਰਹੋ, ਸਿਮਰਦਾ ਰਹੋ। ਅੱਜ ਦੇ ਸ਼ਬਦ ਦੇ ਵਿੱਚ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਇਹੀ ਗੁਰੂ ਪਿਆਰ ਵਾਲਿਓ ਸਮਝਾਉਣ ਦਾ ਯਤਨ ਕੀਤਾ ਹੈ। ਸੋ ਆਓ ਆਪਾਂ ਅੱਜ ਦੇ ਇਹ ਅਮੋਲਕ ਵਚਨਾਂ ਤੋਂ ਜੋ ਗੁਰੂ ਨਾਨਕ ਦੇਵ ਜੀ ਦੇ ਧਨਾਸਰੀ ਰਾਗ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 662 ਦੇ ਉੱਤੇ ਸਵਾਇਮਾਨ ਹਨ, ਇਹ ਬਚਨਾਂ ਤੋਂ ਇਹੀ ਸਿੱਖਿਆ ਲੈਣੀ ਹੈ ਕਿ ਸਾਡੇ ਜੀਵਨ ਦੇ ਵਿੱਚ ਵੀ ਸੱਚ ਹੋਵੇ। ਜੋ ਮਨ ਦੇ ਅੰਦਰ, ਦਿਲ ਦੇ ਅੰਦਰ ਮੈਲ ਹੈ, ਖੋਟ ਹੈ, ਉਹਨੂੰ ਗੁਰੂ ਪਿਆਰਿਓ ਆਪਾਂ ਹਰ ਕੇ ਨਾਮ ਦੇ ਨਾਲ, ਹਰੀ ਦੇ ਨਾਮ ਦੇ ਨਾਲ ਧੋ ਦਈਏ, ਤਾਂ ਜੋ ਅਸੀਂ ਜੋ ਕਰਮ ਹੈ ਉਹ ਚੰਗਾ ਕਰੀਏ, ਇਹ ਦਰਗਾਹ ਦੇ ਵਿੱਚ ਕਬੂਲ ਪੈ ਜਾਈਏ। ਭੁੱਲਾਂ ਚੁੱਕਾਂ ਮੇਰੀਆਂ ਜੀ ਇਹ ਬਚਨ ਗੁਰੂ ਦੇ ਸਮਝ ਕੇ ਆਪਣਾ ਆਪਣੇ ਹਿਰਦਿਆਂ 'ਤੇ ਵਸਾ ਲੈਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।